नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। CDS ਜਨਰਲ ਬਿਪਿਨ ਰਾਵਤ ਦਾ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ। ਜਨਰਲ ਰਾਵਤ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਕਾਬੁਲ ਤੋਂ ਵਿਸ਼ੇਸ਼ ਚਾਰਟਰਡ ਉਡਾਨ ਰਾਹੀਂ 110 ਵਿਅਕਤੀਆਂ ਨੂੰ ਭਾਰਤ ਲਿਆਂਦਾ ਗਿਆ। ਪੰਜਾਬ BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਨੁਸਾਰ ਪਾਰਟੀ ਸਾਰੇ 117 ਅਸੈਂਬਲੀ ਹਲਕਿਆਂ ਤੇ ਆਪਣੇ ਉਮੀਦਵਾਰ ਉਤਾਰੇਗੀ। ਵਿਧਾਨ ਸਭਾ ਚੋਣਾਂ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਦਾ ਦਿੱਲੀ ਛਾਉਣੀ ਦੇ ਬਰਾਰ ਸਕੁਆਇਰ ਵਿਖੇ ਅੱਜ ਸ਼ਾਮ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਸੰਸਕਾਰ ਵੀ ਉਹਨਾਂ ਦੇ ਨਾਲ ਹੀ ਕੀਤਾ ਗਿਆ। ਜਨਰਲ ਰਾਵਤ ਤੇ ਉਹਨਾਂ ਦੀ ਪਤਨੀ ਦੀ ਚਿਖਾ ਨੂੰ ਉਹਨਾਂ ਦੀਆਂ ਦੋਹਾਂ ਬੇਟੀਆਂ ਨੇ ਅਗਨੀ ਦਿਖਾਈ। ਜਨਰਲ ਰਾਵਤ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਚੇਤੇ ਰਹੇ ਬੀਤੇ ਦਿਨੀ ਤਮਿਲਨਾਡੂ ਵਿੱਚ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਤੇ 11 ਹੋਰ ਫੌਜੀਆਂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਅੰਤਿਮ ਸੰਸਕਾਰ ਸਮੇਂ ਰੱਖਿਆ ਮੰਤਰੀ ਰਾਜਨਾਥ ਸਿੰਘ, ਤਿੰਨਾਂ ਫੌਜਾਂ ਦੇ ਮੁਖੀ, ਕਈ ਹੋਰ ਨੇਤਾ ਤੇ ਸੀਨੀਅਰ ਫੌਜੀ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਜਨਰਲ ਰਾਵਤ ਦੀ ਸ਼ਵ ਯਾਤਰਾ ਕਾਮਰਾਜ ਮਾਰਗ ਤੋਂ ਸ਼ੁਰੂ ਹੋਈ ਤੇ ਸਮੁੱਚੇ ਰਸਤੇ ਵਿੱਚ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਸਵੇਰੇ ਜਨਰਲ ਰਾਵਤ ਦੀ ਰਿਹਾਇਸ਼ ਤੇ ਉਹਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਡਾਕਟਰ S ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਤੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜੀਜੂ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਭਾਰਤ ਸਰਕਾਰ ਵੱਲੋਂ ਅੱਜ ਇੱਕ ਵਿਸ਼ੇਸ਼ ਚਾਰਟਰਡ ਉਡਾਨ ਰਾਹੀਂ ਕਾਬੁਲ ਤੋਂ ਤਕਰੀਬਨ 110 ਵਿਅਕਤੀਆਂ ਨੂੰ ਦਿੱਲੀ ਲਿਆਂਦਾ ਗਿਆ। ਇਹ ਵਿਅਕਤੀ ਹਿੰਦੂ ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਅਤੇ ਇਹਨਾਂ ਦੇ ਪਰਿਵਾਰ ਵੀ ਨਾਲ ਹੀ ਆਏ ਨੇ। ਇਹਨਾਂ ਸਾਰਿਆਂ ਦੀ ਵਾਪਸੀ ਇੰਡੀਅਨ ਵਰਲਡ ਫੋਰਮ ਦੇ ਤਾਲਮੇਲ ਨਾਲ ਸੰਭਵ ਹੋਈ। ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਅਤੇ ਰਾਮਾਇਣ, ਮਹਾਭਾਰਤ ਅਤੇ ਭਗਵਤ ਗੀਤਾ ਦੇ ਗ੍ਰੰਥ ਵੀ ਕਾਬੁਲ ਤੋਂ ਲਿਆਂਦੇ ਗਏ ਨੇ। ਇੱਕ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ। ਕਾਬੁਲ ਹਵਾਈ ਅੱਡੇ ਤੇ ਫਤਿਹ ਬੁਲਾਉਂਦੇ ਤੇ ਜੈਕਾਰੇ ਲਾਉਂਦੇ ਇਹ ਲੋਕ ਕਾਬੁਲ ਤੋਂ ਸ਼ੁੱਕਰਵਾਰ ਨੂੰ ਦਿੱਲੀ ਵਾਪਸ ਪਰਤੇ ਨੇ। ਸਿੱਖ ਅਤੇ ਹਿੰਦੂ ਭਾਈਚਾਰੇ ਦੇ ਤਕਰੀਬਨ 110 ਅਫਗਾਨ ਨਾਗਰਿਕਾਂ ਦੀ ਵਾਪਸੀ ਇੰਡੀਅਨ ਵਰਲਡ ਫੋਰਮ ਦੇ ਤਾਲਮੇਲ ਨਾਲ ਸੰਭਵ ਹੋਈ ਹੈ। ਆਪਣੀ ਭਾਰਤ ਵਾਪਸੀ ਲਈ ਭਾਰਤ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਲੋਕ ਧੰਨਵਾਦ ਕਰਦੇ ਨੇ। ਅਸੀਂ ਭਾਰਤ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ, ਪ੍ਰਧਾਨ ਮੰਤਰੀ ਜੀ ਦਾ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਸਾਰੀਆਂ ਸੰਸਥਾਵਾਂ ਦਾ, ਸਾਡੇ ਅਫਗਾਨ ਸਿੱਖ ਸੰਸਥਾਵਾਂ, ਸਾਡੇ ਪ੍ਰਧਾਨ ਸਾਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ, ਬੜੀ ਕਸ਼ਿਸ਼ ਦੇ ਨਾਲ ਮਿਹਨਤ ਕਰਕੇ ਇੱਥੇ ਤੱਕ ਪਹੁੰਚਾਇਆ ਹੈ ਕਿ ਅਸੀਂ ਅੱਜ ਆਪਣੇ ਘਰਾਂ ਨੂੰ ਮੋੜ ਰਹੇ ਹਾਂ। ਇਹ ਮਾਣ ਦਾ ਵਿਸ਼ਾ ਹੈ ਕਿ ਇਹ ਲੋਕ ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਅਤੇ ਰਾਮਾਇਣ, ਮਹਾਭਾਰਤ ਤੇ ਭਗਵਤ ਗੀਤਾ ਦੇ ਗ੍ਰੰਥ ਵੀ ਕਾਬੁਲ ਤੋਂ ਲਿਆਏ ਨੇ। ਅਸੀਂ ਅਫਗਾਨਿਸਤਾਨ ਤੋਂ 3 ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਆਸਮਾਈ ਮੰਦਿਰ ਕਾਬੁਲ ਦੇ ਪੁਰਾਤਨ ਹਿੰਦੂ ਗ੍ਰੰਥ ਪੁਸਤਕਾਂ ਵੀ ਨਾਲ ਲੈ ਕੇ ਆ ਰਹੇ ਹਾਂ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਇਹਨਾਂ ਸਾਰਿਆਂ ਦੀ ਸੁਰੱਖਿਅਤ ਵਾਪਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਟੀਮ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ। ਪੰਜਾਬ BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨਾਂ ਵੱਲੋਂ ਆਪਣਾ ਅੰਦੋਲਨ ਵਾਪਸ ਲੈ ਕੇ ਘਰ ਪਰਤਣ ਦੇ ਫੈਸਲੇ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਪਠਾਨਕੋਟ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ BJP ਸੂਬੇ ਦੇ ਸਾਰੇ 117 ਅਸੈਂਬਲੀ ਹਲਕਿਆਂ ਤੇ ਆਪਣੇ ਉਮੀਦਵਾਰ ਉਤਾਰੇਗੀ ਅਤੇ ਪਾਰਟੀ ਦੇ ਵਰਕਰ ਤੇ ਨੇਤਾ ਚੋਣਾਂ ਵਿੱਚ ਜਿੱਤ ਲਈ ਕੰਮ ਕਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਸਮਝੌਤੇ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਨ ਵੱਲੋਂ ਲਿਆ ਜਾਵੇਗਾ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਆਖਰੀ ਗਵਰਨਰ ਜਨਰਲ ਅਤੇ ਇਸ ਅਹੁਦੇ ਤੇ ਰਹੇ ਇੱਕਮਾਤਰ ਭਾਰਤੀ ਚੱਕਰਵਰਤੀ ਰਾਜਗੋਪਾਲਾਚਾਰੀ ਅਤੇ ਸੁਤੰਤਰਤਾ ਸੈਨਾਨੀ ਵੀਰ ਨਾਰਾਇਣ ਸਿੰਘ ਬਾਰੇ ਜਾਣਕਾਰੀ ਦੇ ਰਹੇ ਹਾਂ।
Rajagopalachari and I am speaking from Madras All India Radio Broadcasting Station. I have been given the honor of inaugurating this Hindustan Akashvani in Madras. ਤੁਸੀਂ ਸੁਣ ਰਹੇ ਸੀ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਆਖਰੀ ਗਵਰਨਰ ਜਨਰਲ ਅਤੇ ਇਸ ਅਹੁਦੇ ਤੇ ਰਹੇ ਇੱਕਮਾਤਰ ਭਾਰਤੀ ਚੱਕਰਵਰਤੀ ਰਾਜਗੋਪਾਲਾਚਾਰੀ ਨੂੰ, ਜਿਨ੍ਹਾਂ ਨੇ ਮਦਰਾਸ ਆਲ ਇੰਡੀਆ ਰੇਡੀਓ ਦੇ ਸ਼ੁਭ ਆਰੰਭ ਦੇ ਮੌਕੇ ਤੇ ਇਹ ਵਿਚਾਰ ਜ਼ਾਹਿਰ ਕੀਤੇ ਸਨ। The new Akashvani is intended to cover not only the city of Madras but the districts in the province. It will broadcast messages and programs from outside the province and even from countries abroad. ਰਾਜਾ ਜੀ ਦੇ ਨਾਮ ਨਾਲ ਲੋਕਪ੍ਰਿਯ ਰਾਜਗੋਪਾਲਾਚਾਰੀ ਦਾ ਜਨਮ 10 ਦਸੰਬਰ 1978 ਨੂੰ ਤੁਰਾਪੱਲੀ ਵਿੱਚ ਹੋਇਆ ਸੀ। ਉਹ ਮਹਾਤਮਾ ਗਾਂਧੀ ਦੇ ਭਰੋਸੇ ਵਾਲੇ ਨੇਤਾ ਸਨ। ਉਹਨਾਂ ਨੇ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਤੋਂ ਕਾਨੂੰਨ ਦੀ ਡਿਗਰੀ ਲਈ ਅਤੇ ਸੇਲਮ 'ਚ ਫੌਜਦਾਰੀ ਮੁਕੱਦਮਿਆਂ 'ਚ ਵਕਾਲਤ ਸ਼ੁਰੂ ਕੀਤੀ। 1917 ਚ ਸੇਲਮ ਦੀ ਨਗਰ ਪਾਲਿਕਾ ਦਾ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਦੀ ਜਨਤਕ ਜ਼ਿੰਦਗੀ ਸ਼ੁਰੂ ਹੋਈ। ਗਾਂਧੀ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਵਕਾਲਤ ਛੱਡ ਦਿੱਤੀ। ਉਸ ਤੋਂ ਬਾਅਦ ਰਾਜਾ ਜੀ ਪੂਰੀ ਤਰ੍ਹਾਂ ਨਾਲ ਸੁਤੰਤਰਤਾ ਅੰਦੋਲਨ ਲਈ ਸਮਰਪਿਤ ਹੋ ਗਏ। ਉਹਨਾਂ ਨੇ ਰੌਲਟ ਐਕਟ ਵਿਰੁੱਧ ਸੱਤਿਆਗ੍ਰਹਿ, ਨਾ ਮਿਲਵਰਤਨ ਅੰਦੋਲਨ, ਵਾਇਕਾਮ ਸੱਤਿਆਗ੍ਰਹਿ ਅਤੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਹਿੱਸਾ ਲਿਆ। ਜਦੋਂ ਮਹਾਤਮਾ ਗਾਂਧੀ ਨੇ 1930 ਵਿੱਚ ਦਾਂਡੀ ਮਾਰਚ ਸ਼ੁਰੂ ਕੀਤਾ ਤਾਂ ਰਾਜਗੋਪਾਲਾਚਾਰੀ ਨੇ ਮਦਰਾਸ ਪ੍ਰੈਜ਼ੀਡੈਂਸੀ ਦੇ ਵੈਦਰਨੇਮ ਚ ਨਮਕ ਕਾਨੂੰਨ ਤੋੜਿਆ। ਆਜ਼ਾਦੀ ਦੇ ਸੰਘਰਸ਼ ਵਿੱਚ ਸਰਗਰਮ ਤੌਰ ਤੇ ਹਿੱਸਾ ਲੈਣ ਲਈ ਉਹਨਾਂ ਨੂੰ 5 ਵਾਰ ਜੇਲ੍ਹ ਭੇਜਿਆ ਗਿਆ। 1937 ਵਿੱਚ ਮਦਰਾਸ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਮਦਰਾਸ ਪ੍ਰੈਜ਼ੀਡੈਂਸੀ ਸੱਤਾ ਵਿੱਚ ਆਈ ਅਤੇ ਰਾਜਾ ਜੀ ਪ੍ਰੈਜ਼ੀਡੈਂਸੀ ਦੇ ਪਹਿਲੇ ਪ੍ਰੀਮੀਅਰ ਚੁਣੇ ਗਏ। ਰਾਜਗੋਪਾਲਾਚਾਰੀ 1939 ਵਿੱਚ ਮੰਦਰ ਵਿੱਚ ਦਾਖਲੇ ਦੇ ਅਧਿਕਾਰ ਅਤੇ ਨੁਕਸਾਨ ਦੀ ਭਰਪਾਈ ਦਾ ਕਾਨੂੰਨ ਲਿਆਏ, ਜਿਸ ਤਹਿਤ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਨੂੰ ਮੰਦਰਾਂ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲੀ। ਰਾਜਾ ਜੀ ਮਦਰਾਸ ਤੋਂ ਸੰਵਿਧਾਨ ਸਭਾ ਲਈ ਚੁਣੇ ਗਏ। ਉਹ ਵੰਡ ਦੇ ਦੌਰਾਨ ਪੱਛਮੀ ਬੰਗਾਲ ਦੇ ਗਵਰਨਰ ਵੀ ਨਿਯੁਕਤ ਕੀਤੇ ਗਏ। ਆਜ਼ਾਦੀ ਤੋਂ ਬਾਅਦ ਰਾਜਾ ਜੀ ਨੂੰ ਭਾਰਤ ਦਾ ਆਖਰੀ ਗਵਰਨਰ ਜਨਰਲ ਚੁਣਿਆ ਗਿਆ ਅਤੇ ਉਹ ਇਸ ਅਹੁਦੇ ਤੇ 21 ਜੂਨ 1948 ਤੋਂ 26 ਜਨਵਰੀ 1950 ਤੱਕ ਰਹੇ। ਉਹਨਾਂ ਨੇ 1952 ਤੋਂ 1954 ਤੱਕ ਤਮਿਲਨਾਡੂ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲੀ। ਰਾਜਗੋਪਾਲਾਚਾਰੀ ਪ੍ਰਸਿੱਧ ਲੇਖਕ ਵੀ ਸਨ, ਜਿਨ੍ਹਾਂ ਨੇ ਭਾਰਤੀ ਅੰਗਰੇਜ਼ੀ ਸਾਹਿਤ ਵਿੱਚ ਨਾ ਭੁੱਲਣ ਵਾਲਾ ਯੋਗਦਾਨ ਦਿੱਤਾ। ਉਹਨਾਂ ਨੂੰ ਕਰਨਾਟਕ ਸੰਗੀਤ ਸ਼ੈਲੀ ਵਿੱਚ ਕੁਰੀ ਔਨਰਮ ਇਲਈ ਗੀਤ ਲਿਖਣ ਦਾ ਸਿਹਰਾ ਵੀ ਹਾਸਲ ਹੈ। ਉਹਨਾਂ ਦੇ ਸਭ ਤੋਂ ਵੱਧ ਲੋਕਪ੍ਰਿਯ ਸਾਹਿਤ ਵਿੱਚ ਮਹਾਭਾਰਤ ਅਤੇ ਰਮਾਇਣ ਦਾ ਅੰਗਰੇਜ਼ੀ ਭਾਸ਼ਾ ਵਿੱਚ ਲੇਖਣ ਸ਼ਾਮਿਲ ਹੈ। ਭਾਰਤੀ ਰਾਜਨੀਤੀ ਅਤੇ ਸਾਹਿਤ ਵਿੱਚ ਯੋਗਦਾਨ ਲਈ ਰਾਜਾ ਜੀ ਨੂੰ 1954 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 25 ਦਸੰਬਰ 1972 ਨੂੰ ਰਾਜਾ ਜੀ ਦਾ ਦੇਹਾਂਤ ਹੋ ਗਿਆ। ਅੱਜ ਅਸੀਂ ਸੁਤੰਤਰਤਾ ਸੈਨਾਨੀ ਵੀਰ ਨਾਰਾਇਣ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ, ਜੋ 10 ਦਸੰਬਰ 1857 ਨੂੰ ਸ਼ਹੀਦ ਹੋਏ ਸਨ। ਨਾਰਾਇਣ ਸਿੰਘ ਨੂੰ ਬਹੁਤ ਸਾਰੇ ਲੋਕ ਛੱਤੀਸਗੜ੍ਹ ਦੇ ਪਹਿਲੇ ਸੁਤੰਤਰਤਾ ਸੈਨਾਨੀ ਦੇ ਰੂਪ ਵਿੱਚ ਵੀ ਜਾਣਦੇ ਨੇ। ਉਹਨਾਂ ਨੇ 1857 ਵਿੱਚ ਛੱਤੀਸਗੜ੍ਹ ਤੋਂ ਭਾਰਤ ਦੀ ਸੁਤੰਤਰਤਾ ਦੀ ਲੜਾਈ ਲੜੀ ਸੀ। ਨਾਰਾਇਣ ਸਿੰਘ ਦਾ ਜਨਮ 1795 ਵਿੱਚ ਛੱਤੀਸਗੜ੍ਹ ਦੇ ਸੋਨਾ ਖਾਨ ਖੇਤਰ ਵਿੱਚ ਹੋਇਆ ਸੀ। ਵਪਾਰੀਆਂ ਨੂੰ ਲੁੱਟਣ ਅਤੇ ਉਹਨਾਂ ਦਾ ਸਮਾਨ ਸੋਕੇ ਤੋਂ ਪ੍ਰਭਾਵਿਤ ਗਰੀਬਾਂ ਨੂੰ ਵੰਡਣ ਲਈ 1856 ਵਿੱਚ ਅੰਗਰੇਜ਼ਾਂ ਨੇ ਨਾਰਾਇਣ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ 28 ਅਗਸਤ 1857 ਨੂੰ ਜੇਲ੍ਹ ਤੋੜ ਕੇ ਆਪਣੇ ਜੱਦੀ ਸ਼ਹਿਰ ਪਹੁੰਚ ਗਏ। ਉੱਥੇ ਨਾਰਾਇਣ ਨੇ 500 ਲੋਕਾਂ ਦੀ ਫੌਜ ਬਣਾਈ। ਫੌਜ ਨੂੰ ਕੁਚਲਣ ਲਈ ਸ਼ਕਤੀਸ਼ਾਲੀ ਅੰਗਰੇਜ਼ ਫੌਜ ਭੇਜੀ ਗਈ। ਅੰਗਰੇਜ਼ਾਂ ਨੇ ਨਾਰਾਇਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ 10 ਦਸੰਬਰ 1857 ਨੂੰ ਰਾਏਪੁਰ 'ਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਰਾਏਪੁਰ 'ਚ ਸ਼ਹੀਦ ਨਾਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨਾਂ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ। ਮਹਾਨ ਸੁਤੰਤਰਤਾ ਸੈਨਾਨੀ ਵੀਰ ਨਾਰਾਇਣ ਸਿੰਘ ਨੂੰ 100 ਵਾਰ ਨਮਨ। ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਤਿਆਰੀਆਂ ਸੰਬੰਧੀ ਅੱਜ ਅਸੀਂ ਪੇਸ਼ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਆਧਾਰਿਤ ਇਹ ਰਿਪੋਰਟ। ਖੇਤਰਫਲ ਅਤੇ ਵੋਟਰਾਂ ਦੀ ਸੰਖਿਆ ਦੇ ਲਿਹਾਜ਼ ਨਾਲ ਲੁਧਿਆਣਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਵਿੱਚ 14 ਵਿਧਾਨ ਸਭਾ ਹਲਕੇ ਪੈਂਦੇ ਨੇ। ਲੁਧਿਆਣਾ ਸ਼ਹਿਰ ਦੇ ਲੁਧਿਆਣਾ ਉੱਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ ਅਤੇ ਲੁਧਿਆਣਾ ਕੇਂਦਰੀ ਹਲਕਿਆਂ ਤੋਂ ਇਲਾਵਾ ਗਿੱਲ, ਪਾਇਲ, ਰਾਏਕੋਟ, ਜਗਰਾਉਂ, ਸਮਰਾਲਾ, ਖੰਨਾ, ਸਾਹਨੇਵਾਲ, ਮੁੱਲਾਪੁਰ ਦਾਖਾ ਅਤੇ ਆਤਮਨਗਰ ਵਿਧਾਨ ਸਭਾ ਹਲਕੇ ਵੀ ਲੁਧਿਆਣਾ ਜ਼ਿਲ੍ਹੇ ਹੇਠ ਆਉਂਦੇ ਨੇ। ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਵਾਰ 2695 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ।
ਇਸ ਵਾਰ ਪੋਲਿੰਗ ਬੂਥਾਂ ਦੀ ਸੰਖਿਆ ਵਿੱਚ 216 ਦਾ ਵਾਧਾ ਕੀਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਮੁੱਖ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਇਸ ਸਮੇਂ ਜ਼ਿਲ੍ਹੇ ਵਿੱਚ 26,10,121 ਵੋਟਰ ਨੇ, ਜਿਨ੍ਹਾਂ ਵਿੱਚੋਂ 13,95,000 ਪੁਰਸ਼ ਅਤੇ ਕੋਈ 12,15,000 ਮਹਿਲਾ ਵੋਟਰ ਨੇ। 5,554 ਵੋਟਰ ਅਜਿਹੇ ਨੇ ਜੋ ਹਥਿਆਰਬੰਦ ਬਲਾਂ ਨਾਲ ਸੰਬੰਧਿਤ ਨੇ। ਜ਼ਿਲ੍ਹੇ ਵਿੱਚ ਦਿਵਿਆਂਗ ਵੋਟਰਾਂ ਦੀ ਸੰਖਿਆ 8,879 ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਨੁਸਾਰ ਨਵੀਆਂ ਵੋਟਾਂ ਬਣਾਉਣ ਅਤੇ ਸੁਧਾਈ ਲਈ 3 ਨਵੰਬਰ 2021 ਤੱਕ BLOs ਪਾਸੋਂ ਆਨਲਾਈਨ ਅਤੇ ਆਫਲਾਈਨ ਫਾਰਮ ਹਾਸਲ ਕੀਤੇ ਗਏ ਨੇ। ਲੁਧਿਆਣਾ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹਦੇ ਲਈ ਤਿਆਰੀ ਕਾਫੀ ਹੱਦ ਤੱਕ ਅਸੀਂ ਮੁਕੰਮਲ ਕਰ ਲਈ ਹੈ। ਵੋਟਾਂ ਦੇ ਲਈ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਵੋਟਰ ਲਿਸਟ ਬਣਾਉਣਾ। ਵੋਟਰ ਲਿਸਟ 1 ਜਨਵਰੀ 2022 ਨੂੰ ਉਮਰ ਦਾ ਆਧਾਰ ਮੰਨਦੇ ਹੋਏ ਇਹਨੂੰ ਸੋਧਣ ਦਾ ਕੰਮ 1 ਨਵੰਬਰ ਤੋਂ ਸ਼ੁਰੂ ਕੀਤਾ ਗਿਆ। 30 ਨਵੰਬਰ ਤੱਕ ਅਸੀਂ ਆਨਲਾਈਨ ਤੇ ਆਫਲਾਈਨ ਦੋਨੇ ਤਰੀਕੇ BLOs ਨੇ ਫਾਰਮ ਦਿੱਤੇ ਨੇ। ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਕੋਲ ਲੋੜੀਂਦੀ ਸੰਖਿਆ ਵਿੱਚ VOTING ਮਸ਼ੀਨਾਂ ਅਤੇ VVPAT ਮਸ਼ੀਨਾਂ ਉਪਲਬਧ ਨੇ ਅਤੇ ਸ਼ਾਂਤਮਈ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਚੋਣ ਸੰਬੰਧੀ ਜਾਣਕਾਰੀ ਲਈ ਜਨਤਾ ਲਈ ਪ੍ਰਸ਼ਾਸਨ ਵੱਲੋਂ 1950 ਟੋਲ ਫ੍ਰੀ ਨੰਬਰ ਸਥਾਪਿਤ ਕੀਤਾ ਗਿਆ ਹੈ। ਸਾਰੇ ਦੇ ਸਾਰੇ ਜਿਹੜੇ ਪੋਲਿੰਗ ਸਟੇਸ਼ਨ ਨੇ ਉੱਥੇ BLO ਜਿਹੜੇ ਹੈਗੇ ਨੇ ਆਪਣੇ ਤਾਇਨਾਤ ਨੇ। ਜੇ ਕਿਸੇ ਨੂੰ ਕੋਈ ਵੋਟ ਬਣਾਉਣ ਸੰਬੰਧੀ ਦਿੱਕਤ ਆਉਂਦੀ ਹੈ ਤਾਂ 1950 ਨੰਬਰ ਤੇ ਸੰਪਰਕ ਕਰ ਸਕਦਾ ਹੈ। ਵੋਟਾਂ ਦੇ ਲਈ ਜਿਹੜੀ ਸਾਡੇ ਕੋਲੇ ਇਲੈਕਟ੍ਰੋਨਿਕ ਮਸ਼ੀਨਾਂ ਹੁੰਦੀਆਂ ਨੇ EVM ਤੇ VVPAT, ਉਹ ਪਰਿਆਪਤ ਸੰਖਿਆ ਦੇ ਵਿੱਚ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਕਿ ਅਸੀਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਡਾ ਸਟੋਰ ਬਣਿਆ, ਉੱਥੇ ਸਟੋਰ ਕੀਤਾ ਹੋਇਆ। 4865 BU ਬੈਲਟਿੰਗ ਯੂਨਿਟ, 4273 ਕੰਟਰੋਲ ਯੂਨਿਟ ਤੇ VVPAT ਜਿਹਦੇ ਵਿੱਚ ਕਿ ਛਪ ਕੇ ਚੋਣ ਚਿੰਨ੍ਹ ਵਾਲੀ ਪਰਚੀ ਡਿੱਗਦੀ ਹੈ, ਉਹ 4519 ਸਾਡੇ ਕੋਲ ਹੈਗੇ ਨੇ। ਲੁਧਿਆਣਾ ਤੋਂ ਅਸ਼ਵਨੀ ਕੁਮਾਰ ਦੀ ਰਿਪੋਰਟ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਤਹਿਤ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਗਏ ਨੇ। ਮੋਗਾ ਦੇ ਸਿਵਲ ਹਸਪਤਾਲ ਵਿੱਚ ਵੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅਜਿਹਾ ਹੀ ਇੱਕ ਕੇਂਦਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਵੀ ਅਜਿਹੇ ਜਨ ਔਸ਼ਧੀ ਕੇਂਦਰ ਲੋਕਾਂ ਦੀ ਸੇਵਾ ਕਰ ਰਹੇ ਨੇ। ਇਹਨਾਂ ਕੇਂਦਰਾਂ ਤੋਂ ਲੋਕਾਂ ਨੂੰ ਵਾਜਬ ਕੀਮਤ ਤੇ ਦਵਾਈਆਂ ਮਿਲ ਰਹੀਆਂ ਨੇ ਤੇ ਜਿਸ ਤੇ ਲੋਕ ਖੁਸ਼ ਨੇ। ਇੱਥੇ ਜਿਹੜੀ ਆਮ ਮੈਡੀਕਲ ਦਵਾਈਆਂ ਜਿੰਨੀਆਂ ਵੀ ਦੁਕਾਨਾਂ ਉਹਨਾਂ ਨਾਲ ਬਹੁਤ ਸਸਤੀਆਂ ਦਵਾਈਆਂ ਮਿਲਦੀਆਂ। ਜਿਹੜਾ ਆਸੇ ਪਾਸੇ ਜਿਹੜਾ 100 ਰੁਪਏ ਦਾ ਪੱਤਾ ਮਿਲਦਾ ਤਕਰੀਬਨ ਇੱਥੇ 20-22 ਰੁਪਏ ਦਾ ਮਿਲਦਾ। ਇੰਨਾ ਫਰਕ ਹੈ ਘੱਟੋ ਘੱਟ, ਜਿਹੜੀ ਅੱਧ ਤੋਂ ਵੀ ਜ਼ਿਆਦਾ ਫਰਕ ਹੈ। ਤੇ ਦਵਾਈਆਂ ਵੀ ਸੇਮ ਨੇ, ਤਕਰੀਬਨ ਕੋਈ ਖਾਸ ਫਰਕ ਨਹੀਂ ਗਾ ਦਵਾਈਆਂ ਦਾ। ਅੱਗੇ ਅਸੀਂ ਹੋਰ ਕਿਸੇ ਦੁਕਾਨ ਤੋਂ ਦਵਾਈ ਲੈਂਦੇ ਸੀ, ਇਸ ਟਾਈਮ ਅਸੀਂ ਇਸ ਦੁਕਾਨ ਤੋਂ ਦਵਾਈ ਲਈ ਆ, ਸਾਨੂੰ ਬਹੁਤ ਸਸਤੀ ਮਿਲੀ ਆ। ਆਮ ਸਾਨੂੰ 570 ਦਾ ਪੱਤਾ ਮਿਲਦਾ ਸੀ, ਇਸ ਟਾਈਮ ਅਸੀਂ 200 ਦਾ ਪੱਤਾ ਲਿਆ। ਬਠਿੰਡਾ ਦੇ ਕਿਲ੍ਹਾ ਮੁਬਾਰਕ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਮਹਿਕਮਿਆਂ ਅਤੇ ਰਾਸ਼ਟਰੀ ਡਿਜ਼ਾਸਟਰ ਰਿਸਪਾਂਸ ਫੋਰਸ ਵੱਲੋਂ ਅੱਜ ਇੱਕ ਮੌਕ ਡਰਿਲ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਲੜੀ ਵਜੋਂ ਕੀਤਾ ਗਿਆ। ਇਸ ਮੌਕ ਡਰਿਲ ਵਿੱਚ NDRF ਦੀ 7 ਬਟਾਲੀਅਨ ਦੇ ਨਾਲ ਪੁਲਿਸ, ਸਿਹਤ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਹਿੱਸਾ ਲਿਆ। ਡਰਿਲ ਦੌਰਾਨ ਭੂਚਾਲ ਵਿੱਚ ਫਸੇ ਲੋਕਾਂ ਨੂੰ ਬਚਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੁਦਰਤੀ ਆਫਤ ਸਮੇਂ ਮੁਸੀਬਤ ਵਿੱਚ ਫਸਣ ਵਾਲਿਆਂ ਨੂੰ ਬਚਾਉਣ ਤੇ ਵੱਖ-ਵੱਖ ਤਰੀਕਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ NDRF ਦੇ ਕਮਾਂਡੈਂਟ ਰਵੀ ਕੁਮਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਸਿੰਘ ਬਾਜਵਾ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ। ਸਟੂਡੀਓ ਤੋਂ ਜਾਣ ਲੱਗੇ ਮੈਂ ਆਪਣਾ ਮਾਸਕ ਲਗਾ ਰਿਹਾ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਆਪਣਾ ਮਾਸਕ ਜ਼ਰੂਰ ਲਗਾਓ।